पीटीसी नॉर्थ अमेरिका ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਰਮਨਜੀਤ ਸਿੰਘ ਰੰਧਾਵਾ ਤੇ ਕਰਦੇ ਹਾਂ ਸ਼ੁਰੂਆਤ ਹੈਡਲਾਈਨਸ ਦੇ ਨਾਲ। ਸਾਫ਼ ਸੁਥਰੀ ਊਰਜਾ ਦੇ ਹੱਕ ਵਿੱਚ ਅਤੇ ਤੇਲ ਨਿਰਭਰਤਾ ਵਿਰੁੱਧ ਆਪਣੀ ਮੁਹਿੰਮ ਤਹਿਤ ਲਾਸ ਵੇਗਸ ਪਹੁੰਚੇ ਰਾਸ਼ਟਰਪਤੀ ਓਬਾਮਾ ਸਾਫ਼ ਊਰਜਾ ਨੂੰ ਦੱਸਿਆ ਵਿਦੇਸ਼ੀ ਤੇਲ ਦੀ ਬਲੈਕਮੇਲੀ ਤੋਂ ਬਚਣ ਦਾ ਰਾਹ। ਕਿ ਉਪ ਰਾਸ਼ਟਰਪਤੀ ਜੌਨ ਬਿਡੇਨ ਲੜਨਗੇ 2016 ਦੀਆਂ ਰਾਸ਼ਟਰਪਤੀ ਚੋਣ। ਰਾਜਧਾਨੀ ਵਿੱਚ ਬਿਡੇਨ ਦੀਆਂ ਗੁਪਤ ਮੁਲਾਕਾਤਾਂ ਨੇ ਛੇੜੀ ਨਵੀਂ ਚਰਚਾ। चीन की मुद्रा की कीमत में कमी के नाल संसार के शेयर बाजारों में तूफान। अमरीका में भी देखने को मिला असर। कनेडा के क्यूबेक में एक सी प्लेन होया क्रैश। हादसे में 4 लोगों की मौत, 2 लापता की जा रही है भाल। हैमिल्टन में इंटरनेशनल पंजाबी स्पोर्ट्स क्लब एंड कल्चरल सेंटर वालों करवाया गया 25वां कनेडा कबड्डी कप। फाइनल में कनेडा वैस्ट ने भारत को दी मात। ਤੇ ਹੁਣ ਖਬਰਾਂ ਦਾ ਵਿਸਤਾਰ। ਸਾਫ਼ ਸੁਥਰੀ ਊਰਜਾ ਪੈਦਾ ਕਰਨ ਦੇ ਟੀਚਿਆਂ ਨੂੰ ਵਧਾਵਾ ਦੇਣ ਦੀ ਖਾਤਰ ਰਾਸ਼ਟਰਪਤੀ ਓਬਾਮਾ ਆਪਣੀ 2 ਹਫ਼ਤਿਆਂ ਦੀ ਛੁੱਟੀ ਖਤਮ ਹੁੰਦਿਆਂ ਹੀ ਸਿੱਧੇ ਲਾਸ ਵੇਗਸ ਪਹੁੰਚੇ, ਜਿੱਥੇ ਨੈਸ਼ਨਲ ਕਲੀਨ ਐਨਰਜੀ ਸਮਿਟ ਵਿੱਚ ਆਪਣੇ ਸੰਬੋਧਨ ਦੌਰਾਨ ਅਮਰੀਕਨ ਊਰਜਾ ਲੋੜਾਂ ਸੰਬੰਧੀ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ। ਰਾਸ਼ਟਰਪਤੀ ਓਬਾਮਾ ਵੱਲੋਂ ਲੰਮੇ ਸਮੇਂ ਤੋਂ ਸਾਫ਼ ਊਰਜਾ ਦੀ ਸੋਚ ਨੂੰ ਲੈ ਕੇ ਲੋਕਾਂ ਵਿੱਚ ਮਕਬੂਲ ਕਰਨ ਦੇ ਮਕਸਦ ਨਾਲ ਜੋ ਮੁਹਿੰਮ ਚਲਾ ਰਹੇ ਨੇ, ਉਸ ਵਿੱਚ ਕਾਮਯਾਬੀ ਦਾ ਮਿਆਰ ਇਸ ਤੋਂ ਸਾਬਤ ਹੁੰਦਾ ਹੈ ਕਿ ਮੌਜੂਦਾ ਸਮੇਂ ਵਿੱਚ ਅਮਰੀਕਾ ਦਾ ਕਾਰਬਨ ਪ੍ਰਦੂਸ਼ਣ ਪਿਛਲੇ 20 ਸਾਲਾਂ ਵਿੱਚ ਸਭ ਤੋਂ ਘੱਟ ਹੈ। ਪਰ ਇਸ ਦੇ ਬਾਵਜੂਦ ਅਮਰੀਕਾ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਮੁਲਕਾਂ ਵਿੱਚੋਂ ਇੱਕ ਹੈ ਅਤੇ ਹੋਰ ਮੁਲਕਾਂ ਵਿੱਚ ਸਾਫ਼ ਊਰਜਾ ਬਣਾਉਣ ਲਈ ਦਬਾਅ ਪਾਉਣ ਤੋਂ ਪਹਿਲਾਂ ਅਮਰੀਕਨਾਂ ਨੂੰ ਆਪਣੇ ਤੌਰ ਤੇ ਤਰੀਕੇ ਸੁਧਾਰ ਕੇ ਵਿਖਾਉਣੇ ਪੈਣਗੇ। ਓਬਾਮਾ ਲੋਕਾਂ ਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੇ ਉਹਨਾਂ ਦਾ ਮੁਲਕ ਹਾਈਡਰੋਕਾਰਬਨਸ ਵਿੱਚ ਤੇਲ ਆਧਾਰਿਤ ਸੋਮਿਆਂ ਤੇ ਆਪਣੀ ਨਿਰਭਰਤਾ ਘਟਾਉਂਦਾ ਹੈ ਤਾਂ ਤੇਲ ਉਤਪਾਦਕ ਮੁਲਕਾਂ ਦੀ ਉਥਲ-ਪੁਥਲ ਜਾਂ ਮੁੱਲ ਵਿੱਚ ਵਾਧੇ ਘਾਟੇ ਦੇ ਝਟਕਿਆਂ ਕਾਰਨ ਲੱਗਣ ਵਾਲੀਆਂ ਸੱਟਾਂ ਤੋਂ ਵੀ ਘਰੇਲੂ ਵਿੱਤੀ ਢਾਂਚੇ ਅਤੇ ਲੋਕਾਂ ਦੀਆਂ ਜੇਬਾਂ ਨੂੰ ਬਚਾਇਆ ਜਾ ਸਕਦਾ ਹੈ। Yes, we've become the world's #1 producer of oil and natural gas, but we've also become a major player in clean energy. And these advances have helped grow our economy and created a steady stream of well-paying jobs. They've also helped us reduce the dangerous emissions that contribute to climate change. When I took office, I pledged to double our production of wind and solar by the end of my first term. We met that goal ahead of schedule. ਉਪ ਰਾਸ਼ਟਰਪਤੀ ਜੋ ਬਿਡੇਨ ਦਾ ਸੀਨੀਅਰ ਅਤੇ ਤਾਕਤਵਰ ਡੈਮੋਕ੍ਰੈਟਿਕ ਸੈਨੇਟਰ ਐਲਿਜ਼ਾਬੈਥ ਵਾਰਨ ਨਾਲ ਮਿਲਣਾ ਸੋਮਵਾਰ ਨੂੰ ਨੈਸ਼ਨਲ ਕੈਪੀਟਲ ਤੋਂ ਲੈ ਕੇ ਮੀਡੀਆ ਤੱਕ ਇਸ ਗੱਲ ਦੀਆਂ ਚਰਚਾਵਾਂ ਛਿੜ ਗਿਆ ਕਿ ਜੋ ਬਿਡੇਨ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਨੇ। ਹਾਲਾਂਕਿ ਇਸ ਸੰਬੰਧੀ ਉਪ ਰਾਸ਼ਟਰਪਤੀ ਨੇ ਕੋਈ ਗੱਲਬਾਤ ਨਹੀਂ ਛੇੜੀ, ਪਰ ਇੱਕ ਪਾਸੇ ਇਸ ਮੁਲਾਕਾਤ ਦਾ ਚੁੱਪ ਕੀਤਾ ਜਾਣਾ ਅਤੇ ਦੂਜੇ ਪਾਸੇ ਹਿਲੇਰੀ ਕਲਿੰਟਨ ਦੀ ਕੰਪੇਨ ਵਿੱਚ ਹੌਲੀ ਰਫ਼ਤਾਰ ਇਹਨਾਂ ਸਵਾਲਾਂ ਨੂੰ ਜਨਮ ਦੇ ਰਹੀ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਦੇ ਉਮੀਦਵਾਰ ਲਈ ਹਿਲੇਰੀ ਤੋਂ ਵਧੀਆ ਦਾਅਵੇਦਾਰ ਨਹੀਂ ਹਨ। ਜੋ ਬਿਡੇਨ ਆਪਣੇ ਕਾਰਜਕਾਲ ਦੌਰਾਨ ਵਧੀਆ ਸਿਆਸਤਦਾਨ ਹੋਣ ਦੇ ਨਾਲ ਬਹੁਤ ਵਧੀਆ ਇਨਸਾਨ ਦੇ ਤੌਰ ਤੇ ਵੀ ਮਕਬੂਲ ਹੋਏ ਨੇ। ਬੋਸਟਨ ਵਿੱਚ ਪੋਕੋਮੈਨ ਖੇਡ ਦਾ ਅੰਤਰਰਾਸ਼ਟਰੀ ਮੁਕਾਬਲਾ ਹੋਣਾ ਸੀ, ਜਿਸ ਵਿੱਚ ਕਾਲਪਨਿਕ ਪਾਤਰ ਸਿਰਜ ਕੇ ਲੜਾਈ ਲੜੀ ਜਾਂਦੀ ਹੈ, ਪਰ ਇਸ ਮੌਕੇ ਅਸਲੀ ਹਥਿਆਰਾਂ ਤੇ ਅਸਲੇ ਨਾਲ 2 ਵਿਅਕਤੀ ਉੱਥੇ ਪਹੁੰਚ ਗਏ। ਸਮਾਂ ਰਹਿੰਦੇ ਹੀ ਦੋਵਾਂ ਨੂੰ ਪੁਲਿਸ ਨੇ ਫੜ ਲਿਆ ਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਬੋਸਟਨ ਪੁਲਿਸ ਨੇ ਇੱਕ ਬਹੁਤ ਵੱਡੇ ਹਾਦਸੇ ਦੇ ਹੋਣ ਨੂੰ ਬਚਾ ਲਿਆ ਹੈ। ਪੁਲਿਸ ਨੇ ਆਇਓਵਾ ਦੇ 2 ਵਿਅਕਤੀਆਂ ਏਮਸ ਦੇ 18 ਸਾਲਾ ਕੇਵਿਨ ਨਾਰਟਨ ਅਤੇ ਬੂਨ ਦੇ 27 ਸਾਲਾ ਜੇਮਸ ਆਸਟਿਨ ਸਟੰਬੋ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਤੇ ਸ਼ੱਕ ਹੈ ਕਿ ਇਹ ਬਹੁਤ ਵੱਡੀ ਘਟਨਾ ਨੂੰ ਸਿਰੇ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ ਅਤੇ ਸੋਸ਼ਲ ਮੀਡੀਆ ਤੇ ਪੋਕੋਮਾਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੰਸਕ ਢੰਗ ਤਰੀਕੇ ਨਾਲ ਵਿਘਨ ਪਾਉਣ ਦੀਆਂ ਧਮਕੀਆਂ ਜਾਰੀ ਕਰ ਰਹੇ ਸਨ। ਬੋਸਟਨ ਦੀ ਪੁਲਿਸ ਦੀ ਸੂਚਨਾ ਮੁਤਾਬਕ ਪੋਕੋਮਾਨ ਚੈਂਪੀਅਨਸ਼ਿਪ ਦੇ ਸੁਰੱਖਿਆ ਅਧਿਕਾਰੀਆਂ ਤੋਂ ਮਿਲੀ ਸੂਚਨਾ ਦੇ ਆਧਾਰ ਤੇ ਇਹਨਾਂ ਦੋਹਾਂ ਵਿਅਕਤੀਆਂ ਨੂੰ ਉਸ ਸਮੇਂ ਰੋਕਿਆ ਗਿਆ ਜਦੋਂ ਇਹ ਚੈਂਪੀਅਨਸ਼ਿਪ ਵਾਲੀ ਥਾਂ ਤੇ ਜਾ ਰਹੇ ਸਨ। ਪੁਲਿਸ ਨੇ ਇਹਨਾਂ ਨੂੰ ਜਾਣ ਦਿੱਤਾ, ਪਰ ਸ਼ੱਕ ਦੇ ਆਧਾਰ ਤੇ ਇਹਨਾਂ ਦੀ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਦੇ ਬਾਅਦ ਤਲਾਸ਼ੀ ਦੇ ਵਾਰੰਟ ਦੇ ਆਧਾਰ ਤੇ ਜਦੋਂ ਕਾਰ ਦੀ ਛਾਣਬੀਣ ਕੀਤੀ ਗਈ ਤਾਂ ਇਸ ਵਿੱਚੋਂ ਇੱਕ 12 ਬੋਰ ਦੀ ਸ਼ਾਟਗਨ, ਇੱਕ AR-15 ਰਾਈਫਲ, ਸੈਂਕੜਿਆਂ ਦੀ ਗਿਣਤੀ ਵਿੱਚ ਗੋਲੀ ਸਿੱਕਾ ਅਤੇ ਇੱਕ ਸ਼ਿਕਾਰੀਆਂ ਵਾਲਾ ਛੁਰਾ ਮਿਲਿਆ। ਇਸ ਦੇ ਬਾਅਦ ਇਹਨਾਂ ਦੋਹਾਂ ਨੂੰ ਉਹਨਾਂ ਦੇ ਹੋਟਲ ਵਿੱਚੋਂ ਜਿੱਥੇ ਠਹਿਰੇ ਸਨ ਹਿਰਾਸਤ ਵਿੱਚ ਲੈ ਲਿਆ ਗਿਆ। ਹੁਣ ਇਹਨਾਂ ਦੋਹਾਂ ਤੇ ਹਥਿਆਰਾਂ ਨਾਲ ਸੰਬੰਧਿਤ ਕਾਨੂੰਨਾਂ ਦੇ ਤਹਿਤ ਮੁਕੱਦਮਾ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗਾ ਕਿ ਇਹਨਾਂ ਦਾ ਕੋਈ ਵਕੀਲ ਹੈ ਜਾਂ ਨਹੀਂ। ਪੋਕੋਮਾਨ ਇੱਕ ਐਸੀ ਖੇਡ ਹੈ ਜੋ ਕਿ ਕਾਲਪਨਿਕ ਵਿਅਕਤੀਆਂ ਨੂੰ ਤਿਆਰ ਕਰਕੇ ਉਹਨਾਂ ਨੂੰ ਲੜਾਈ ਵਿੱਚ ਭੇਜਿਆ ਜਾਂਦਾ ਹੈ। ਉਹਨਾਂ ਦੀ ਲੜਾਈ ਕਰਾਈ ਜਾਂਦੀ ਹੈ। ਇਹ ਗੇਮ ਵੀਡੀਓ ਗੇਮ ਦੀ ਤਰ੍ਹਾਂ ਵੀ ਖੇਡੀ ਜਾਂਦੀ ਹੈ ਅਤੇ ਵੱਖ-ਵੱਖ ਵਿਅਕਤੀਆਂ ਵੱਲੋਂ ਤਿਆਰ ਕੀਤੇ ਗਏ ਪੋਕੋਮਾਨ ਦੇ ਰਾਹੀਂ ਵੀ ਖੇਡਿਆ ਜਾਂਦਾ ਹੈ।
ਇਸ ਗੇਮ ਦੀ ਸ਼ੁਰੂਆਤ 1995 ਵਿੱਚ ਹੋਈ ਸੀ। ਇਸ ਗੇਮ ਦੀ ਵਿਸ਼ਵ ਚੈਂਪੀਅਨਸ਼ਿਪ ਇਸ ਵਾਰ ਬੋਸਟਨ ਵਿੱਚ ਹੋਣੀ ਤੈਅ ਹੋਈ। ਇਸ ਲਈ ਸਾਰੇ ਸੰਸਾਰ ਤੋਂ ਪੋਕੇਮਨ ਖਿਡਾਰੀ ਬਾਸਟਨ ਪਹੁੰਚਣੇ ਸ਼ੁਰੂ ਹੋ ਗਏ। ਇਹ ਚੈਂਪੀਅਨਸ਼ਿਪ ਹਾਇਨਸ ਕਨਵੈਨਸ਼ਨ ਸੈਂਟਰ ਵਿੱਚ ਆਯੋਜਿਤ ਕੀਤੀ ਗਈ। ਇਹਨਾਂ ਵਿੱਚ ਮੈਕਸੀਕੋ ਦੇ ਗ੍ਰੈਂਡ ਮਾਸਟਰ, ਚਿਲੀ ਤੋਂ ਸੀਨੀਅਰ ਖਿਡਾਰੀ ਅਤੇ ਪੁਰਤਗਾਲ ਤੋਂ ਵੀ ਖਿਡਾਰੀ ਪਹੁੰਚੇ ਹਨ, ਜੋ ਕਿ $25,000 ਦੇ ਇਨਾਮ ਲਈ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਨ। ਪਰ ਇਸ ਕਾਲਪਨਿਕ ਗੇਮ ਦੇ ਰੰਗ ਵਿੱਚ ਭੰਗ ਪਾਉਣ ਲਈ ਅਸਲੀ ਹਥਿਆਰਾਂ ਨਾਲ ਲੈਸ ਹੋ ਕੇ ਜਿੰਦਾ ਜੀਂਦੇ ਜਾਗਦੇ ਬੰਦੇ ਸ਼ਾਮਲ ਹੋਣ ਲਈ ਪਹੁੰਚ ਗਏ। ਗੁਰਚਰਨਜੀਤ ਸਿੰਘ ਲਾਂਬਾ, PTC ਨਿਊਜ਼, ਨਿਊਯਾਰਕ। ਚੀਨ ਨੇ ਆਪਣੀ ਕਰੰਸੀ ਦੀ ਕੀਮਤ ਕੀ ਘੱਟ ਕੀਤੀ ਹੈ, ਜਿਵੇਂ ਭੁਚਾਲ ਹੀ ਆ ਗਿਆ ਹੋਵੇ। ਇਸ ਭੁਚਾਲ ਦੇ ਝਟਕੇ ਸਾਰੇ ਸੰਸਾਰ ਅਤੇ ਸਣੇ ਅਮਰੀਕਾ ਵਿੱਚ ਮਹਿਸੂਸ ਕੀਤੇ ਗਏ ਨੇ। ਇਸ ਨਾਲ ਸ਼ੇਅਰ ਬਾਜ਼ਾਰ ਵਿੱਚ 400 ਅੰਕ ਦੀ ਜ਼ਬਰਦਸਤ ਗਿਰਾਵਟ ਨਾਲ 400 ਅਰਬ ਪਾਤੀਆਂ ਨੂੰ $182 ਅਰਬ ਦਾ ਘਾਟਾ ਪਿਆ। ਸਾਰੇ ਸੰਸਾਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਇੱਕਦਮ ਗਿਰਾਵਟ ਵਿੱਚ ਵੇਖਣ ਚ ਆਈ, ਜਿਸ ਨਾਲ ਵੱਡੇ ਥੰਮ ਧਰਾਸ਼ਾਹੀ ਹੋਣ ਦੇ ਕਗਾਰ ਤੇ ਪਹੁੰਚ ਗਏ। ਚੀਨ ਦੀ ਆਰਥਿਕਤਾ ਤੇ ਉਹਨਾਂ ਦੇ ਵਪਾਰ ਕਰਨ ਦੇ ਆਪਣੇ ਹੀ ਨਿਯਮਾਂ ਅਤੇ ਢੰਗ ਤਰੀਕਿਆਂ ਨੇ ਆਰਥਿਕ ਮੰਡੀ ਵਿੱਚ ਭੁਚਾਲ ਲਿਆਉਣ ਦਾ ਕੰਮ ਕੀਤਾ। ਚੀਨ ਦੇ ਸ਼ੇਅਰਾਂ ਵਿੱਚ 2007 ਤੋਂ ਬਾਅਦ ਦੀ ਇਹ ਸਭ ਤੋਂ ਵੱਡੀ ਗਿਰਾਵਟ ਹੈ। ਇਸ ਨਾਲ ਸਾਰੇ ਵਿਸ਼ਵ ਵਿੱਚ ਇਸ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਨੁਕਸਾਨ ਇੱਕ ਪਾਸੇ, ਪਰ ਨਾਲ ਹੀ ਭਵਿੱਖ ਦੀ ਅਨਿਸ਼ਚਿਤਤਾ ਜ਼ਿਆਦਾ ਗੰਭੀਰ ਅਸਰ ਕਰ ਰਹੀ ਹੈ। ਇਸ ਲੜੀ ਵਿੱਚ ਨਿਊਯਾਰਕ ਦੇ ਸਟਾਕ ਐਕਸਚੇਂਜ ਵਿੱਚ ਇਸ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਸਾਹਮਣੇ ਆਈ। ਨਿਊਯਾਰਕ ਸਟਾਕ ਐਕਸਚੇਂਜ, ਜੋ ਪੂੰਜੀਵਾਦ ਦਾ ਅਪੇਧ ਦੁਰਗ ਮੰਨਿਆ ਜਾਂਦਾ ਹੈ, ਉਸ ਨੂੰ ਵੀ ਜ਼ੋਖ ਲੱਗਾ ਅਤੇ ਇਹ 500 ਪੁਆਇੰਟ ਥੱਲੇ ਆ ਗਿਆ। ਇਸ ਨਾਲ ਸਾਂਝੇ ਤੌਰ ਤੇ ਦੁਨੀਆ ਦੇ ਸਭ ਤੋਂ ਅਮੀਰ 400 ਅਰਬਪਤੀਆਂ ਨੂੰ ਇੱਕ ਦਿਨ ਵਿੱਚ $182 ਅਰਬ ਦਾ ਵੱਡਾ ਨੁਕਸਾਨ ਹੋਇਆ। ਇਸ ਗਿਰਾਵਟ ਨਾਲ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੂੰ $1.9 ਬਿਲੀਅਨ ਦਾ ਨੁਕਸਾਨ ਹੋਇਆ। ਮਾਇਆ ਦੀ ਇਸ ਖੇਡ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਵਾਰਨ ਬਫੇਟ ਨੂੰ। ਪਿਛਲੇ 7 ਦਿਨਾਂ ਵਿੱਚ ਉਸ ਦੀ ਪੂੰਜੀ $3.6 ਅਰਬ ਘਟ ਗਈ। ਇਸ ਅਮੀਰ ਕਲੱਬ ਦੇ ਹੋਰ ਨੁਕਸਾਨ ਉਠਾਉਣ ਵਾਲੇ ਵਿਅਕਤੀਆਂ ਵਿੱਚ ਐਮਾਜ਼ਨ ਦੇ CEO ਜੈਫ ਬੇਜੋਸ, ਗੂਗਲ ਦੇ ਲੈਰੀ ਪੇਜ ਅਤੇ ਸਰਗੇਈ ਬ੍ਰਿਨ, ਮੈਕਸੀਕੋ ਦੇ ਕਾਰਲੋਸ ਸਲਿਮ ਅਤੇ ਮਾਈਕਰੋਸਾਫਟ ਦੇ ਬਿਲ ਗੇਟਸ ਸ਼ਾਮਲ ਹਨ। ਪਰ ਇਸ ਜ਼ਬਰਦਸਤ ਘਾਟੇ ਬਾਰੇ ਮਾਹਿਰ ਕਹਿ ਰਹੇ ਹਨ ਕਿ ਭਾਵੇਂ ਇਹ ਰਕਮ ਬਹੁਤ ਵੱਡੀ ਹੈ, ਪਰ ਇਸ ਨਾਲ ਇਹਨਾਂ ਧਨ ਕੁਬੇਰਾਂ ਨੂੰ ਕੋਈ ਬਹੁਤਾ ਫਰਕ ਨਹੀਂ ਪਏਗਾ। ਉਹਨਾਂ ਦੇ ਭੰਡਾਰ ਇਤਨੇ ਸੁਦ੍ਰਿੜ ਹਨ ਕਿ ਐਸੀ ਹਿਲਜੁਲ ਜ਼ਿਆਦਾ ਅਸਰ ਨਹੀਂ ਛੱਡਦੀ। ਪਰ ਕੁਦਰਤੀ ਤੌਰ ਤੇ ਜਦੋਂ ਸ਼ੇਅਰ ਮਾਰਕੀਟ ਵਿੱਚ ਇਤਨੀ ਤੇਜ਼ੀ ਨਾਲ ਅਤੇ ਇਤਨੀ ਵੱਡੀ ਪੱਧਰ ਤੇ ਗਿਰਾਵਟ ਹੁੰਦੀ ਹੈ, ਤਾਂ ਛੋਟੇ ਨਿਵੇਸ਼ਕ ਅਤੇ ਦੂਜੇ ਦੇਸ਼ਾਂ ਤੇ ਇਸ ਦਾ ਮਾਰੂ ਅਸਰ ਜ਼ਰੂਰ ਪੈਂਦਾ ਹੈ। ਇਸ ਨਾਲ ਹੁਣ ਭਾਰਤ ਦੇ ਸ਼ੇਅਰ ਬਾਜ਼ਾਰ ਦਾ ਅੰਕ ਵੀ 1624 ਪੁਆਇੰਟ ਥੱਲੇ ਆ ਗਿਆ। ਮਾਹਿਰਾਂ ਮੁਤਾਬਕ ਇੱਕ ਤਾਂ ਚੀਨ ਦੀ ਆਰਥਿਕਤਾ ਦੀ ਮੰਦ ਗਤੀ ਅਤੇ ਨਾਲ ਹੀ ਵਪਾਰ ਦੇ ਵਿਲੱਖਣ ਨਿਯਮਾਂ ਉਹਨਾਂ ਵੱਲੋਂ ਆਪਣੀ ਮੁਦਰਾ ਜਾਂ ਕਰੰਸੀ ਦੀ ਕੀਮਤ ਵਿੱਚ ਕਮੀ ਕਰਨ ਅਤੇ ਇਸ ਵਿੱਚ ਤੇਲ ਅਤੇ ਖਣਿਜਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਨਾਲ ਇਤਨੀ ਤੇਜ਼ੀ ਨਾਲ ਅਤੇ ਇਤਨੀ ਜ਼ਿਆਦਾ ਮਿਕਦਾਰ ਵਿੱਚ ਇਸ ਗਿਰਾਵਟ ਨੂੰ ਲਿਆਉਣ ਦਾ ਕਾਰਨ ਬਣਿਆ ਹੈ। ਗੁਰਚਰਨਜੀਤ ਸਿੰਘ ਲਾਂਬਾ, PTC ਨਿਊਜ਼, ਨਿਊਯਾਰਕ। ਇੱਥੇ ਸਮਾਂ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਅਮਰੀਕਾ ਦੀਆਂ ਕੁਝ ਖਾਸ ਖਬਰਾਂ ਜਾਰੀ ਰਹਿਣਗੀਆਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਲੁਜ਼ੀਆਨਾ ਸੂਬੇ ਦੇ ਲੇਕ ਚਾਰਲਸ ਇਲਾਕੇ ਵਿੱਚ ਇੱਕ ਵਿਅਕਤੀ ਨੇ ਉਸ ਨੂੰ ਪੁਲਿਸ ਅਧਿਕਾਰੀ ਵੱਲੋਂ ਟ੍ਰੈਫਿਕ ਸਟਾਪ ਉਤੇ ਰੋਕੇ ਜਾਣ ਤੇ ਪੁਲਿਸ ਅਧਿਕਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮੌਕੇ ਤੇ ਹੀ ਕਾਰ ਸਵਾਰ ਕੁਝ ਲੋਕਾਂ ਨੇ ਬਹਾਦਰੀ ਵਿਖਾਉਂਦੇ ਹੋਏ ਪੁਲਿਸ ਅਧਿਕਾਰੀ ਨੂੰ ਗੋਲੀਆਂ ਮਾਰਨ ਵਾਲੇ ਇਸ ਸ਼ਖਸ ਨੂੰ ਕਾਬੂ ਕੀਤਾ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ, ਇਹ ਨੇ ਉਸ ਸ਼ਖਸ ਦੀ ਗ੍ਰਿਫਤਾਰੀ ਦੀਆਂ ਜਿਸ ਨੇ ਇੱਕ ਪੁਲਿਸ ਅਧਿਕਾਰੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਸੀ। ਇਸ ਹਮਲਾਵਰ ਨੂੰ ਆਮ ਲੋਕਾਂ ਨੇ ਬਹਾਦਰੀ ਨਾਲ ਕਾਬੂ ਕੀਤਾ ਹੈ ਅਤੇ ਪੁਲਿਸ ਦੇ ਹਵਾਲੇ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਲੁਈਜ਼ੀਆਨਾ ਸੂਬੇ ਦੇ ਲੇਕ ਚਾਰਲਸ ਇਲਾਕੇ ਵਿੱਚ ਇੱਕ ਟ੍ਰੈਫਿਕ ਸਿਗਨਲ ਤੇ ਇੱਕ ਸ਼ਖਸ ਨੂੰ ਸ਼ੱਕ ਦੇ ਆਧਾਰ ਤੇ ਸਟੀਵਨ ਵਿੰਸੈਂਟ ਨਾਂ ਦੇ ਇੱਕ ਪੁਲਿਸ ਅਧਿਕਾਰੀ ਨੇ ਰੋਕਿਆ ਅਤੇ ਉਸ ਨੂੰ ਕਾਰ ਵਿੱਚੋਂ ਬਾਹਰ ਆਉਣ ਵਾਸਤੇ ਆਖਿਆ। ਕਾਰ ਵਿੱਚੋਂ ਬਾਹਰ ਆਉਣ ਦੇ ਬਜਾਏ ਉਸ ਸ਼ਖਸ ਨੇ ਆਪਣੀ ਪਿਸਤੌਲ ਕੱਢ ਲਈ ਤੇ ਪੁਲਿਸ ਅਧਿਕਾਰੀ ਵਿੰਸੈਂਟ ਦੇ ਸਿਰ ਵਿੱਚ 2 ਗੋਲੀਆਂ ਮਾਰੀਆਂ, ਜਿਸ ਤੇ ਵਿੰਸੈਂਟ ਡਿੱਗ ਪਿਆ। ਮੌਕੇ ਤੇ ਮੌਜੂਦ ਕੁਝ ਕਾਰ ਸਵਾਰ ਫੌਰਨ ਹਰਕਤ ਵਿੱਚ ਆਏ ਤੇ ਉਹਨਾਂ ਨੇ ਬਹਾਦਰੀ ਵਿਖਾਉਂਦੇ ਹੋਏ ਗੋਲੀਆਂ ਚਲਾਉਣ ਵਾਲੇ ਸ਼ਖਸ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਪਿਸਤੌਲ ਉਸ ਕੋਲੋਂ ਖੋਹ ਕੇ ਦੂਰ ਸਿੱਟ ਦਿੱਤੀ। ਇਸ ਤੋਂ ਬਾਅਦ ਇਹਨਾਂ ਲੋਕਾਂ ਨੇ ਗੋਲੀਆਂ ਚਲਾਉਣ ਵਾਲੇ ਇਸ ਸ਼ਖਸ ਦੇ ਹੱਥਾਂ ਵਿੱਚ ਗੰਭੀਰ ਜ਼ਖਮੀ ਹੋਏ ਪੁਲਿਸ ਅਧਿਕਾਰੀ ਵਿੰਸੈਂਟ ਕੋਲ ਮੌਜੂਦ ਹੱਥਕੜੀ ਵੀ ਲਗਾ ਦਿੱਤੀ ਅਤੇ ਉਸੇ ਦੇ ਹੀ ਵਾਇਰਲੈਸ ਸਿਸਟਮ ਰਾਹੀਂ ਪੁਲਿਸ ਨੂੰ ਇਸ ਦੀ ਖਬਰ ਵੀ ਦੇ ਦਿੱਤੀ।
ਫੌਰਨ ਮਦਦ ਲਈ ਹੋਰ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਨੇ ਗੰਭੀਰ ਜ਼ਖਮੀ ਹੋਏ ਵਿੰਸੈਂਟ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਅਤੇ ਗੋਲੀਆਂ ਚਲਾਉਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿੱਚ ਹਸਪਤਾਲ ਵਿੱਚ ਵਿੰਸੈਂਟ ਦੀ ਇਲਾਜ ਦੌਰਾਨ ਮੌਤ ਹੋ ਗਈ। ਹਮਲਾ ਕਰਨ ਵਾਲੇ ਸ਼ਖਸ ਦੀ ਪਛਾਣ ਕੇਵਿਨ ਡਿਆਗਲ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਮੌਕੇ ਤੇ ਪੁਲਿਸ ਅਧਿਕਾਰੀ ਦੀ ਮਦਦ ਕਰਨ ਵਾਲੇ ਅਤੇ ਹਮਲਾਵਰ ਨੂੰ ਕਾਬੂ ਕਰਨ ਵਾਲੇ ਲੋਕਾਂ ਦੀ ਪਛਾਣ ਨਹੀਂ ਦੱਸੀ ਗਈ ਹੈ। ਇਸ ਮਾਮਲੇ ਵਿੱਚ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਵਾਰਦਾਤ ਦੀ ਵੀਡੀਓ ਵੀ ਪੁਲਿਸ ਅਧਿਕਾਰੀ ਦੇ ਡੈਸ਼ ਕੈਮਰੇ ਵਿੱਚ ਕੈਦ ਹੋਈ ਹੈ, ਪਰ ਪੁਲਿਸ ਵੱਲੋਂ ਇਸ ਨੂੰ ਜਾਰੀ ਨਹੀਂ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੁਲਿਸ ਅਧਿਕਾਰੀ ਸਟੀਵਨ ਵਿੰਸੈਂਟ ਪਿਛਲੇ 13 ਸਾਲਾਂ ਤੋਂ ਪੁਲਿਸ ਵਿਭਾਗ ਵਿੱਚ ਨੌਕਰੀ ਕਰ ਰਿਹਾ ਸੀ ਅਤੇ ਉਸਨੇ ਆਪਣੀ ਨੌਕਰੀ ਦੌਰਾਨ ਕਈ ਅਵਾਰਡ ਵੀ ਜਿੱਤੇ ਸਨ। ਕੁਮਾਰ ਸੰਜੀਵ, PTC ਨਿਊਜ਼, ਨਿਊਯਾਰਕ। ਓਕਲਾਹੋਮਾ ਸੂਬੇ ਦੀ ਰਾਜਧਾਨੀ ਓਕਲਾਹੋਮਾ ਦੇ ਲੇਬਰ ਕਮਿਸ਼ਨ ਦਾ ਕਤਲ ਉਸਦੇ ਬੇਟੇ ਨੇ ਸ਼ਰੇਆਮ ਕਰ ਦਿੱਤਾ। ਉਸਦੇ ਬੇਟੇ ਨੇ ਉਸਦੇ ਚਾਕੂਆਂ ਨਾਲ ਕਈ ਵਾਰੀ ਵਾਰ ਕੀਤੇ ਅਤੇ ਉਸ ਨੂੰ ਹਸਪਤਾਲ ਪਹੁੰਚਾਉਣ ਦੇ ਰਾਹ ਵਿੱਚ ਹੀ ਉਸਦੀ ਮੌਤ ਹੋ ਗਈ। ਮੌਕੇ ਉੱਤੇ ਮੌਜੂਦ ਚਸ਼ਮਦੀਦਾਂ ਨੇ ਲੇਬਰ ਕਮਿਸ਼ਨ ਤੇ ਹਮਲਾ ਕਰਨ ਵਾਲੇ ਉਸਦੇ ਬੇਟੇ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਓਕਲਾਹੋਮਾ ਦੇ ਲੇਬਰ ਕਮਿਸ਼ਨਰ, ਜੋ ਕਿ ਆਪਣੇ ਨਾਰਾਜ਼ ਹੋਏ ਬੇਟੇ ਨੂੰ ਮਨਾਉਣ ਵਾਸਤੇ ਉਸ ਨੂੰ ਮਿਲਣ ਗਏ ਸੀ, ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਉਹਨਾਂ ਦਾ ਬੇਟਾ ਹੀ ਉਹਨਾਂ ਦਾ ਕਤਲ ਕਰ ਦੇਵੇਗਾ। ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ 59 ਸਾਲਾ ਲੇਬਰ ਕਮਿਸ਼ਨਰ ਮਾਰਕ ਕਸਟੈਲੋ ਆਪਣੇ ਬੇਟੇ ਨੂੰ ਮਿਲਣ ਵਾਸਤੇ ਸ਼ਹਿਰ ਦੇ ਇੱਕ ਰੈਸਟੋਰੈਂਟ ਵਿੱਚ ਗਏ, ਜਿੱਥੇ ਉਹਨਾਂ ਨੇ ਆਪਣੇ 26 ਸਾਲਾ ਬੇਟੇ ਕ੍ਰਿਸਟੀਅਨ ਕਸਟੈਲੋ ਨੂੰ ਵੀ ਬੁਲਾਇਆ ਹੋਇਆ ਸੀ। ਰੈਸਟੋਰੈਂਟ ਦੇ ਅੰਦਰ ਹੀ ਇਹਨਾਂ ਦੋਹਾਂ ਦੀ ਬਹਿਸ ਸ਼ੁਰੂ ਹੋ ਗਈ ਅਤੇ ਲੇਬਰ ਕਮਿਸ਼ਨਰ ਦੇ ਬੇਟੇ ਨੇ ਉਹਨਾਂ ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਤੋਂ ਬਚਣ ਵਾਸਤੇ ਉਹ ਬਾਹਰ ਭੱਜੇ, ਪਰ ਰੈਸਟੋਰੈਂਟ ਦੀ ਪਾਰਕਿੰਗ ਵਿੱਚ ਕ੍ਰਿਸਟੀਅਨ ਨੇ ਆਪਣੇ ਪਿਤਾ ਮਾਰਕ ਤੇ ਚਾਕੂ ਨਾਲ ਕਈ ਵਾਰ ਉਹਨਾਂ ਦੇ ਸਿਰ ਅਤੇ ਗਰਦਨ ਵਿੱਚ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਉਸ ਵੇਲੇ ਪਾਰਕਿੰਗ ਲਾਟ ਵਿੱਚ ਕਈ ਲੋਕ ਮੌਜੂਦ ਸਨ, ਜਿਨ੍ਹਾਂ ਨੇ ਲੇਬਰ ਕਮਿਸ਼ਨਰ ਤੇ ਹਮਲਾ ਕਰਨ ਵਾਲੇ ਉਸਦੇ ਬੇਟੇ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਹਸਪਤਾਲ ਲੈ ਕੇ ਜਾਂਦੇ ਹੋਏ ਰਸਤੇ ਵਿੱਚ ਹੀ ਲੇਬਰ ਕਮਿਸ਼ਨਰ ਦੀ ਮੌਤ ਹੋ ਗਈ। ਹੁਣ ਪੁਲਿਸ ਨੇ ਉਸਦੇ ਬੇਟੇ ਕ੍ਰਿਸਟੀਅਨ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਲੇਬਰ ਕਮਿਸ਼ਨਰ ਦੇ ਬੇਟੇ ਦੀ ਪਿਛੋਕੜ ਵੀ ਅਪਰਾਧਕ ਹੈ। ਉਸ ਦੇ ਖਿਲਾਫ ਪਹਿਲਾਂ ਹੀ ਦੁਸ਼ਕਰਮ ਅਤੇ ਨਸ਼ੇ ਵਿੱਚ ਕਾਰ ਚਲਾਉਣ ਦੇ ਮਾਮਲੇ ਦਰਜ ਨੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮਾਰਕ ਕੈਸਟੇਲੋ ਸਾਲ 2010 ਵਿੱਚ ਪਹਿਲੀ ਵਾਰ ਲੇਬਰ ਕਮਿਸ਼ਨਰ ਚੁਣੇ ਗਏ ਸਨ। ਉਹਨਾਂ ਦੀ ਮੌਤ ਤੇ ਸਾਰੇ ਰਾਜਨੀਤਿਕ ਦਲਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। We got a closer look and there was a guy chasing him with a knife. At one point the suspect stabbed the victim in the back of the head. We saw that, happen in front of us. ਇਸ ਮਾਮਲੇ ਵਿੱਚ ਉਹਨਾਂ ਚਸ਼ਮਦੀਦਾਂ ਦੀ ਬਹਾਦਰੀ ਵੀ ਕਾਬਲੇ ਤਾਰੀਫ ਹੈ, ਜਿਨ੍ਹਾਂ ਨੇ ਲੇਬਰ ਕਮਿਸ਼ਨਰ ਦੇ ਹਮਲਾਵਰ ਬੇਟੇ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ। ਕੁਮਾਰ ਸੰਜੀਵ, PTC ਨਿਊਜ਼, ਨਿਊਯਾਰਕ। ਅਫਰੀਕਾ ਤੋਂ ਗੁਲਾਮ ਬਣਾ ਕੇ ਲਿਆਂਦੇ ਮਾਸੂਮ ਲੋਕਾਂ ਦਾ ਮਨੁੱਖੀ ਵਪਾਰ ਅਮਰੀਕਾ ਦੇ ਦੱਖਣ ਵਿੱਚ ਸਭ ਤੋਂ ਵੱਧ ਸੀ, ਪਰ ਅਜਿਹਾ ਨਹੀਂ ਹੈ ਕਿ ਇਹ ਕਾਰੋਬਾਰ ਉੱਤਰੀ ਹਿੱਸੇ ਵਿੱਚ ਨਹੀਂ ਚੱਲਦਾ ਸੀ। ਰੋਡ ਆਈਲੈਂਡ ਦਾ ਐਪੀਸਕਲੋਪ ਚਰਚ ਉੱਤਰੀ ਅਮਰੀਕਾ ਵਿੱਚ ਇਸ ਅਣਮਨੁੱਖੀ ਕਾਰੋਬਾਰ ਦਾ ਸਭ ਤੋਂ ਵੱਡਾ ਕੇਂਦਰ ਸੀ ਅਤੇ ਇਸ ਗੰਦੇ ਕੰਮ ਦੇ ਪੈਸੇ ਨੂੰ ਈਸਾਈਅਤ ਦੇ ਧਰਮ ਪ੍ਰਚਾਰ ਲਈ ਵਰਤਦਾ ਸੀ। ਪਿਛਲੇ ਕੁਝ ਸਾਲਾਂ ਵਿੱਚ ਸੋਚ ਵਿੱਚ ਆਈ ਤਬਦੀਲੀ ਦਾ ਨਤੀਜਾ ਹੈ ਕਿ ਖੁਦ ਇਸ ਚਰਚ ਦੇ ਮੌਜੂਦਾ ਪਾਦਰੀ ਹੁਣ ਇਸ ਕੋਸ਼ਿਸ਼ ਵਿੱਚ ਨੇ ਕਿ ਉਹ ਉਸ ਵੇਲੇ ਦੇ ਇਸ ਅਣਮਨੁੱਖੀ ਵਰਤਾਰੇ ਨੂੰ ਲੋਕਾਂ ਸਾਹਮਣੇ ਉਜਾਗਰ ਕਰਨ। I was deeply disappointed because I felt in them no sense of urgency. We're preparing for 3 years from now and forever after. But today is the day. On the very last day of the 9-day convention, after almost being put aside, the resolutions were finally brought to the floor. All those in favor, they 1, 2, 3, please signify by saying yes. Those opposed, say no. How are we complicit? And what does that complicity mean? And what is the invitation? I think unawareness, as someone once said, is the root of all evil. And I think so much of what is still with us in terms of racism today requires us to go back and painfully explore and own our own history. And I think out of that kind of exercise, we will see what shape repentance should take.
ਫੁੱਲ ਖੁਸ਼ਬੂ ਦਾ ਨਾਮ ਹੈ, ਪਰ ਇੱਥੇ ਅਮਰੀਕਾ ਦੇ ਡੈਨਵਰ ਬੋਟੈਨਿਕ ਗਾਰਡਨ ਵਿੱਚ ਇੱਕ 5 ਫੁੱਟ ਦਾ ਫੁੱਲ ਖੜਿਆ ਹੈ ਜਿਸ ਦੀ ਬਦਬੂ ਸੜਦੇ ਹੋਏ ਮੁਰਦੇ ਵਰਗੀ ਹੈ। ਇਸ ਨੂੰ ਵੇਖਣ ਲਈ, ਇਸ ਦੀ ਬੋ ਨੂੰ ਪਰਖਣ ਲਈ ਹਜ਼ਾਰਾਂ ਵਿਅਕਤੀ ਗਾਰਡਨ ਵਿੱਚ ਪਹੁੰਚ ਰਹੇ ਨੇ। ਫੁੱਲ ਕੀ ਅਤੇ ਬਦਬੂ ਕੀ? ਫੁੱਲ ਅਤੇ ਖੁਸ਼ਬੂ ਇੱਕ ਦੂਜੇ ਦੇ ਭਰਾਵਾਚੀ ਜਾਂ ਸਮਨਾਰਥੀ ਸ਼ਬਦ ਹਨ। ਫੁੱਲ ਅਤੇ ਖੁਸ਼ਬੂ ਨੂੰ ਵੱਖ ਕਰਕੇ ਸੋਚਿਆ ਵੀ ਨਹੀਂ ਜਾ ਸਕਦਾ, ਪਰ ਬਨਸਪਤੀ ਜਗਤ ਦਾ ਇੱਕ ਅਜੂਬਾ ਇੱਕ ਬਦਬੂਦਾਰ ਫੁੱਲ ਹੈ ਜੋ ਸਮੇਂ-ਸਮੇਂ ਤੇ ਵੱਖ-ਵੱਖ ਥਾਵਾਂ ਤੇ ਉਜਾਗਰ ਹੁੰਦਾ ਹੈ। ਇਹ 5 ਫੁੱਟ ਉੱਚਾ ਇੱਕ ਐਸਾ ਫੁੱਲ ਹੈ ਜੋ ਕਿ ਸੜੇ ਹੋਏ ਮੁਰਦੇ ਦੀ ਬੋ ਚਾਰੇ ਪਾਸੇ ਖਲੇਰਦਾ ਹੈ। ਇਹ ਪਹਿਲਾਂ ਇੰਡੋਨੇਸ਼ੀਆ ਤੋਂ ਆਰੰਭ ਹੋਇਆ ਅਤੇ ਬਾਅਦ ਵਿੱਚ ਇਹ ਸਵਿਟਜ਼ਰਲੈਂਡ ਅਤੇ ਟੋਕੀਓ ਵਿੱਚ ਵੀ ਆਪਣੀ ਬਦਬੂ ਵਿਖੇਰ ਚੁੱਕਾ ਹੈ। ਇਸ ਨੂੰ ਕਾਰਪਸ ਫਲਾਵਰ ਜਾਂ ਮੁਰਦਾ ਫੁੱਲ ਦਾ ਨਾਮ ਦਿੱਤਾ ਗਿਆ ਹੈ। ਕੁਝ ਦਿਨ ਖਿੜਨ ਤੋਂ ਬਾਅਦ ਇਹ ਸੜਨਾ ਸ਼ੁਰੂ ਹੋ ਜਾਂਦਾ ਹੈ ਅਤੇ ਮੁੜ ਦੁਬਾਰਾ 10-15 ਸਾਲ ਬਾਅਦ ਫਿਰ ਪੁੰਗਰਦਾ ਹੈ। ਇੱਕ ਐਸਾ ਫੁੱਲ ਹੁਣ ਕੋਲੋਰਾਡੋ ਦੇ ਡੈਨਵਰ ਬੋਟੈਨਿਕ ਗਾਰਡਨ ਵਿੱਚ ਖਿੜਿਆ ਹੈ। ਇਸ ਨੂੰ ਵੇਖਣ ਅਤੇ ਸੂੰਘਣ ਲਈ ਬਹੁਤ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਇਸ ਫੁੱਲ ਦੀ ਸੜਾਂਧ ਦੀ ਵੀ ਆਪਣੀ ਖਾਸੀਅਤ ਹੈ। ਇਸ ਨੂੰ ਟਾਈਟਨੈਰਮ ਕਿਹਾ ਜਾਂਦਾ ਹੈ। ਇਹ ਮੱਖੀਆਂ ਤੇ ਕੀੜੇ ਮਕੌੜਿਆਂ ਨੂੰ ਆਪਣੇ ਵੱਲ ਖਿੱਚਦਾ ਹੈ। ਇਸ ਦੇ ਬਾਅਦ ਇਹ ਆਪਣੀਆਂ ਪੰਖੜੀਆਂ ਸਮੇਟ ਕੇ ਉਹਨਾਂ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦਾ ਹੈ। ਡੈਨਵਰ ਵਿੱਚ ਇਹ ਫੁੱਲ ਪਹਿਲੀ ਵਾਰ ਬੋਟੈਨਿਕ ਗਾਰਡਨ ਵਿੱਚ ਖਿੜਿਆ ਹੈ। 2007 ਵਿੱਚ ਇਸ ਦਾ 5 ਸਾਲਾਂ ਦਾ ਇਹ ਬੂਟਾ ਕਿਸੇ ਵੱਲੋਂ ਗਾਰਡਨ ਨੂੰ ਭੇਟ ਕੀਤਾ ਗਿਆ ਸੀ। ਹੁਣ 13 ਸਾਲ ਬਾਅਦ ਇਹ ਖਿੜਿਆ ਹੈ। ਮਾਹਿਰਾਂ ਮੁਤਾਬਕ ਪੂਰਾ ਖਿੜਨ ਤੋਂ ਬਾਅਦ ਇਸ ਦੀ ਮਿਆਦ ਕੇਵਲ 2-3 ਦਿਨ ਦੀ ਹੀ ਹੁੰਦੀ ਹੈ। ਇਸ ਲਈ ਇਸ ਨੂੰ ਇੱਕ ਦਿਨ ਵਿੱਚ ਹੀ ਤਕਰੀਬਨ 12,000 ਬੰਦੇ ਵੇਖਣ ਲਈ ਅਤੇ ਇਸ ਦੀ ਬੋ ਨੂੰ ਸੂੰਘਣ ਲਈ ਅੰਦਰ ਆਏ। ਬਹੁਤ ਵੱਡੀ ਗਿਣਤੀ ਵਿੱਚ ਲੋਕ ਬਾਹਰ ਕਤਾਰਾਂ ਵਿੱਚ ਇੰਤਜ਼ਾਰ ਕਰ ਰਹੇ ਸਨ। ਦਿਲਚਸਪ ਗੱਲ ਇਹ ਹੈ ਕਿ ਇਸ ਫੁੱਲ ਨੂੰ ਦੇਖਣ ਅਤੇ ਸੂੰਘਣ ਦੇ ਬਾਅਦ ਲੋਕ ਸ਼ਕਲਾਂ ਬਣਾਉਂਦੇ ਵੀ ਨਜ਼ਰ ਆਏ। ਬਾਗਬਾਨੀ ਮਹਿਕਮੇ ਦਾ ਇਹ ਕਹਿਣਾ ਹੈ ਕਿ ਜਦੋਂ ਇਹ ਫੁੱਲ ਆਪਣੀ ਮਿਆਦ ਪੁਕਾ ਕੇ ਬੂਰ ਛੱਡਦਾ ਹੈ ਤਾਂ ਮਹਿਕਮਾ ਇਸ ਦੇ ਬੂਰ ਨੂੰ ਸਾਂਭ ਲਏਗਾ। ਇਸ ਬੂਰ ਨੂੰ ਸ਼ਿਕਾਗੋ ਦੇ ਬੋਟੈਨਿਕ ਗਾਰਡਨ ਨੂੰ ਭੇਜਿਆ ਜਾਏਗਾ ਤਾਂ ਕਿ ਇਹ ਬਦਬੂ ਦੂਰ-ਦੂਰ ਤੱਕ ਫੈਲ ਸਕੇ। ਗੁਰਚਰਨਜੀਤ ਸਿੰਘ ਲਾਂਬਾ, PTC ਨਿਊਜ਼, ਨਿਊਯਾਰਕ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਨਿਊਯਾਰਕ ਦੇ ਇਲਾਕੇ ਰਿਚਮੰਡ ਹਿੱਲ ਵਿਖੇ ਕੀਤਾ ਗਿਆ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਇਸ ਨਗਰ ਕੀਰਤਨ ਦੀ ਅਗਵਾਈ 5 ਪਿਆਰਿਆਂ ਨੇ ਕੀਤੀ ਅਤੇ ਇਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਿੱਸਾ ਲਿਆ। ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵੱਲੋਂ ਰਿਚਮੰਡ ਹਿੱਲ ਇਲਾਕੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਸੀ। ਨਗਰ ਕੀਰਤਨ ਦੀ ਸ਼ੁਰੂਆਤ ਗੁਰੂ ਘਰ ਵਿੱਚ ਅਰਦਾਸ ਤੋਂ ਬਾਅਦ ਹੋਈ। ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਅਰਦਾਸ ਤੋਂ ਬਾਅਦ 5 ਪਿਆਰਾ ਸਾਹਿਬਾਨਾਂ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਸਾਹਿਬ ਵਿੱਚ ਵਿਰਾਜਮਾਨ ਕੀਤਾ ਗਿਆ। ਨਗਰ ਕੀਰਤਨ 5 ਪਿਆਰਾ ਸਾਹਿਬਾਨਾਂ ਦੀ ਅਗਵਾਈ ਵਿੱਚ ਰਿਚਮੰਡ ਹਿੱਲ ਇਲਾਕੇ ਵਿੱਚ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਤੋਂ ਆਰੰਭ ਹੋਇਆ ਅਤੇ ਇਸ ਤੋਂ ਬਾਅਦ 101 ਐਵੀਨਿਊ, ਲਿਬਰਟੀ ਐਵੀਨਿਊ, 123 ਸਟਰੀਟ ਤੋਂ ਹੁੰਦਾ ਹੋਇਆ ਗੁਰੂ ਘਰ ਵਿੱਚ ਸਮਾਪਤ ਹੋਇਆ। ਇਸ ਨਗਰ ਕੀਰਤਨ ਵਿੱਚ ਪਾਲਕੀ ਸਾਹਿਬ ਨੂੰ ਫੁੱਲਾਂ ਨਾਲ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਅੱਜ ਦਾ ਗੁਰਦੁਆਰਾ ਸਿੱਖ ਸੁਸਾਇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ 5ਵਾਂ ਨਗਰ ਕੀਰਤਨ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਕੱਢਿਆ ਜਾ ਰਿਹਾ ਹੈ। ਸਮੂਹ ਸੰਗਤਾਂ ਬਹੁਤ ਹੁੰਮ-ਹਮਾ ਕੇ ਇਸ ਨਗਰ ਕੀਰਤਨ ਵਿੱਚ ਪਹੁੰਚੀਆਂ। ਗੁਰਦੁਆਰਾ ਸਿੱਖ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਨਾਲ ਦੀ ਨਾਲ ਅਸੀਂ ਆਪਣੇ ਅੱਜ ਨਗਰ ਕੀਰਤਨ ਦੇ ਵਿੱਚ ਆਪਣੇ ਧਰਮ ਦਾ ਪ੍ਰਚਾਰ ਕਰਨਾ, ਗੁਰੂ ਸ਼ਬਦ ਦੇ ਨਾਲ ਆਪਣੀ ਸੰਗਤ ਨੂੰ ਜੋੜਨਾ ਤੇ ਦੂਜੇ ਧਰਮਾਂ ਨੂੰ ਅਸੀਂ ਸ਼ਾਂਤੀ ਦਾ ਜਿਹੜਾ ਉਦੇਸ਼ ਦੇਣਾ। ਮੈਂ ਚੇਚੇ ਤੌਰ ਤੇ ਜਿੰਨਾ ਵੀ ਮੀਡੀਆ ਅੱਜ ਇੱਥੇ ਪਹੁੰਚਾ ਸਾਰਿਆਂ ਦਾ ਹੀ ਗੁਰੂ ਘਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੇ ਉੱਤੇ ਲੱਖ-ਲੱਖ ਵਧਾਈ ਦੇਣਾ, ਕਿਉਂਕਿ ਗੁਰੂ ਗੋਬਿੰਦ ਸਿੰਘ ਜੋ ਹੁਕਮ ਕੀਤਾ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਜ ਇਹ ਸਰਬ ਸਾਂਝਾ ਗ੍ਰੰਥ ਹੈ ਜਿਹੜਾ ਸਾਰੇ ਜਗਤ ਨੂੰ ਅਗਵਾਈ ਦੇ ਰਿਹਾ ਹੈ। ਸਮਝਦਾ ਬਈ ਇਹੋ ਜਿਹਾ ਨਗਰ ਕੀਰਤਨ ਜਦੋਂ ਨਿਊਯਾਰਕ ਦੀਆਂ ਗਲੀਆਂ ਵਿੱਚ, ਜਿੱਦਾਂ ਰਿਚਮੰਡ ਦੀਆਂ ਗਲੀਆਂ ਵਿੱਚ ਅੱਜ ਨਿਕਲ ਰਿਹਾ, ਜਿਸ ਤਰ੍ਹਾਂ ਕਿ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ, ਅੱਗੇ ਵੀ ਦੇਖ ਰਹੇ ਹੋ, ਕੇਸਰੀ ਦਸਤਾਰਾਂ ਬੀਬੀਆਂ ਨੇ ਪੀਲੀਆਂ ਚੁੰਨੀਆਂ ਲੈ ਕੇ ਜਿਸ ਤਰ੍ਹਾਂ ਆਪੋ ਆਪਣਾ ਸਾਰਾ ਲੋਕ ਸਾਰੇ ਸਿੰਘ ਕੰਮ ਕਰ ਰਹੇ ਹਨ, ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ। ਦਾ ਨਗਰ ਕੀਰਤਨ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਤੇ ਸਾਧ ਸੰਗਤ ਤੇ ਸਮੁੱਚੀ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨ ਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਢਿਆ ਜਾ ਰਿਹਾ ਹੈ। ਅੱਜ ਸਮੁੱਚੇ ਜਗਤ ਨੂੰ ਅੱਜ ਦੇ ਦਿਹਾੜੇ ਤੇ ਲੱਖ-ਲੱਖ ਮੁਬਾਰਕਬਾਦ ਹੋਵੇ ਜੀ।
ਨਗਰ ਕੀਰਤਨ ਵਿੱਚ ਢਾਡੀ ਜਥਿਆਂ ਨੇ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਵਾਰਾਂ ਵੀ ਗਾਈਆਂ। ਰਸਤੇ ਵਿੱਚ ਜਗ੍ਹਾ ਜਗ੍ਹਾ ਤੇ ਸੰਗਤਾਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ। ਨਗਰ ਕੀਰਤਨ ਦਾ ਰਾਹ ਵਿੱਚ ਕਈ ਜਗ੍ਹਾ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। 123 ਸਟਰੀਟ ਤੇ ਸੰਗਤਾਂ ਵੱਲੋਂ 5 ਪਿਆਰਾ ਸਾਹਿਬਾਨਾਂ ਨੂੰ ਸਰੋਪੇ ਭੇਟ ਕੀਤੇ ਗਏ ਅਤੇ ਇੱਥੇ ਸੰਗਤਾਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਸੰਗਤਾਂ ਨੇ ਅਤੇ ਵੱਖ-ਵੱਖ ਗੁਰਦੁਆਰਾ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਇਸ ਮੌਕੇ ਤੇ ਲੋਕਾਂ ਨੂੰ ਵਧਾਈ ਵੀ ਦਿੱਤੀ। ਕਿਸੇ ਨੂੰ ਗੁਰੂ ਨਹੀਂ ਮੰਨਣਾ ਹੈ, ਇੱਕ ਗੁਰੂ ਗ੍ਰੰਥ ਸਾਹਿਬ ਹੀ ਹੈ ਜਿਸ ਨੂੰ ਗੁਰੂ ਕਿਹਾ ਜਾ ਸਕਦਾ ਹੈ। ਇਹ ਇੱਕ ਸਾਡਾ ਲਾਈਵ ਗੁਰੂ ਹੈ। ਇਸ ਦੀ ਜਿੰਨੀ ਵੀ ਸਿਫਤ ਕੀਤੀ ਜਾ ਸਕੇ ਉਨੀ ਥੋੜੀ ਹੈ। ਔਰ ਮੈਂ ਧੰਨਵਾਦੀ ਹਾਂ ਸਾਰੀਆਂ ਸੰਗਤਾਂ ਦਾ ਇਕੱਠ ਵੇਖ ਕੇ ਜਿਹੜਾ ਆਪਣੇ ਗੁਰੂ ਨੂੰ ਮੰਨਣ ਲਈ, ਗੁਰੂ ਨੂੰ ਉੱਚਾ ਚੁੱਕਣ ਲਈ ਇੱਥੇ ਅੱਜ ਇੰਨਾ ਇਕੱਠ ਕਰਕੇ ਆਏ ਹਨ। ਔਰ ਮੈਂ ਸਾਰੀ ਸੰਗਤਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਜੀ। ਬਹੁਤ ਖੁਸ਼ੀਆਂ ਭਰਿਆ ਦਿਹਾੜਾ ਹੈ ਕਿ ਗੁਰਦੁਆਰਾ ਸਾਈਕਲ ਸੁਸਾਇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਵਾਂ ਮਹਾਨਗਰ ਕੀਰਤਨ ਇਹ ਕੱਢਿਆ ਗਿਆ ਹੈ, ਜਿਸ ਵਿੱਚ ਸਮੁੱਚੀਆਂ ਟਰਾਈ ਸਟੇਟ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਇਆ, ਯੋਗਦਾਨ ਪਾਇਆ ਹੈ। ਦਾਸ ਜਿੰਨੀਆਂ ਵੀ ਸੰਗਤਾਂ ਇਸ ਮਹਾਨਗਰ ਕੀਰਤਨ ਵਿੱਚ ਪਹੁੰਚੀਆਂ ਹਨ, ਜਿਨ੍ਹਾਂ ਰਾਹਾਂ ਤੋਂ ਚੱਲ ਕੇ ਆਏ ਹੈ, ਦਾਸ ਦਾ ਉਹਨਾਂ ਤੇ ਸੀਸ ਝੁਕਦਾ। ਸਿੱਖ ਕਲਚਰ ਸੁਸਾਇਟੀ ਨੇ ਜੋ ਅੱਜ ਨਗਰ ਕੀਰਤਨ ਸ਼ੁਰੂ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਜੋ ਨਗਰ ਕੀਰਤਨ ਹੋ ਰਿਹਾ ਹੈ, ਉਹ ਤਾਂ ਬਹੁਤ ਬਹੁਤ ਮੁਬਾਰਕ ਦਿੰਦਾ ਹਾਂ ਤੇ ਆਸ ਰੱਖਦਾ ਹਾਂ ਕਿ ਅੱਗੇ ਤੋਂ ਪ੍ਰੋਗਰਾਮ ਚੱਲਦੇ ਰਹਿਣਗੇ। ਖੁਸ਼ੀ ਦਾ ਮਾਹੌਲ ਹੈ ਰਿਚਮੰਡ ਹਿੱਲ ਦੀ ਧਰਤੀ ਤੇ, ਜੋ ਅਸੀਂ ਆਪਣੇ ਹਾਜ਼ਰ ਨਾਜ਼ਰ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਇਸ ਤਰ੍ਹਾਂ ਰਲ ਮਿਲ ਕੇ ਬਹੁਤ ਸ਼ਾਨ ਦੇ ਨਾਲ ਮਨਾ ਰਹੇ ਹਾਂ। ਸੋ ਜਿੰਨੇ ਵੀ ਕੰਮ ਹਨ, ਅਸੀਂ ਜਿੱਦਾਂ ਸਿੱਖੀ ਦੇ ਸਿਧਾਂਤਾਂ ਤੇ ਚੱਲ ਕੇ ਜੋ ਸਾਨੂੰ ਗੁਰੂ ਸਾਹਿਬਾਨਾਂ ਦਾ ਹੁਕਮ ਹੈ ਕਿ ਸਾਰੇ ਕਾਰਜ ਆਪਣੇ ਰਲ ਮਿਲ ਕੇ ਕਰਨੇ ਹਨ। ਠਾਠਾ ਮਾਰਦਾ ਇਕੱਠ ਜੋ ਕਿ ਪੰਜਵਾਂ ਮਹਾਨ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਇਹ ਬਹੁਤ ਵੱਡਾ ਸਬੂਤ ਹੈ ਰਿਚਮੰਡ ਹਿੱਲ ਦੇ ਵਿੱਚ ਕਿ ਇੰਨਾ ਵੱਡਾ ਇਕੱਠ। ਮਨ ਇੰਨਾ ਖੁਸ਼ ਹੋਇਆ ਕਿ ਗਦਗਦ ਖੁਸ਼ ਹੋਇਆ ਕਿ ਇੰਨੀ ਸੰਗਤ ਆਪਾਂ ਪਿੱਛੇ ਤੱਕ ਦੇਖਦੇ ਹਾਂ ਠਾਠਾ ਮਾਰਦੀ। ਇਹ ਸਾਰਾ ਸਿਹਰਾ ਸਿੱਖ ਕਲਚਰ ਸੁਸਾਇਟੀ ਦੀ ਮੈਨੇਜਮੈਂਟ ਅਤੇ ਉੱਥੇ ਦੇ ਪ੍ਰਧਾਨ ਗੁਰਦੇਵ ਸਿੰਘ ਜੀ ਕੰਗ, ਮੋਹਨ ਸਿੰਘ ਜੀ ਖਟੜਾ, ਕੁਲਦੀਪ ਸਿੰਘ ਜੀ ਢੱਲੋਂ ਤੇ ਖਾਸ ਕਰਕੇ ਸਾਡੇ ਹੈੱਡ ਗ੍ਰੰਥੀ ਜੋ ਕਿ ਭੁਪਿੰਦਰ ਸਿੰਘ ਜੀ, ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ, WhatsApp ਤੇ ਪਾਇਆ, ਈਮੇਲਾਂ ਕੀਤੀਆਂ। ਮੈਂ ਕਹਿੰਦਾ ਅੱਜ ਦਾ ਯੁੱਗ ਸਾਇੰਸ ਦਾ, ਸਾਨੂੰ ਇਹ ਕੰਮ ਕਰਨੇ ਚਾਹੀਦੇ। ਨਗਰ ਕੀਰਤਨ ਵਿੱਚ ਗੱਤਕੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਜਿਸ ਵਿੱਚ ਛੋਟੇ-ਛੋਟੇ ਬੱਚਿਆਂ ਨੇ ਗੱਤਕੇ ਦੀ ਆਪਣੀ ਕਲਾ ਨਾਲ ਸੰਗਤਾਂ ਦਾ ਮਨ ਮੋਹ ਲਿਆ। ਕੁਮਾਰ ਸੰਜੀਵ, PTC ਨਿਊਜ਼, ਨਿਊਯਾਰਕ। ਸੋ ਫਿਲਹਾਲ ਇਸ ਬੁਲੇਟਿਨ ਵਿੱਚ ਇੰਨਾ ਹੀ। ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ PTC ਨਿਊਜ਼।